मछली पकड़ने गए पतरस भाई रे भैया, मछली पकड़ने एक भी मछली हाथ न आई। ਚੈਪਟਰ 21 ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਅੱਗੇ ਦਰਸਾਇਆ। ਇਹ ਤਿਬਰਿਆਸ ਦੀ ਝੀਲ ਤੇ ਵਾਪਰਿਆ। ਕੁਝ ਚੇਲੇ ਉੱਥੇ ਇਕੱਠੇ ਹੋਏ। ਉਹ ਸ਼ਮੂਨ, ਪਤਰਸ, ਥੋਮਾ ਜਿਹੜਾ ਕਿ ਥੋਮਸ ਅਖਵਾਉਂਦਾ ਹੈ, ਸਾਡੀ ਜ਼ਿੰਦਗੀ ਦਾ ਜਿਹੜਾ ਹੈ ਨਾ ਉਹ ਡਿਫਰੈਂਸਿਸ ਬਿਟਵੀਨ ਗੁੱਡ ਐਟੀਟਿਊਡ ਐਂਡ ਬੈਡ ਐਟੀਟਿਊਡ। ਅਸੀਂ ਇਹ ਜਿਹੜਾ ਡਿਫਰੈਂਸ ਹੈ ਨਾ, ਡਿਫਰੈਂਸ ਪਰਸਨੈਲਿਟੀ ਨੂੰ ਅਸੀਂ ਕਵਰ ਕਰਨਾ ਹੈ। ਯੂਹੰਨਾ ਦੀ ਅੰਜੀਲ ਚੈਪਟਰ 21 ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਅੱਗੇ ਦਰਸਾਇਆ। ਇਹ ਤਿਬਰਿਆਸ ਦੀ ਝੀਲ ਤੇ ਵਾਪਰਿਆ। ਕੁਝ ਚੇਲੇ ਉੱਥੇ ਇਕੱਠੇ ਹੋਏ। ਉਹ ਸ਼ਮੂਨ, ਪਤਰਸ, ਥੋਮਾ ਜਿਹੜਾ ਕਿ ਥੋਮਸ ਅਖਵਾਉਂਦਾ ਹੈ, ਨਥਾਨੀਅਲ ਜੋ ਗਲੀਲ ਤੇ ਕਾਨਾ ਤੇ ਸੀ, ਜਬਦੀ ਦੇ ਪੁੱਤਰ ਤੇ ਉਹਦੇ ਚੇਲਿਆਂ ਵਿੱਚੋਂ 2 ਹੋਰ ਸਨ। ਸ਼ਮੂਨ ਪਤਰਸ ਨੇ ਕਿਹਾ, ਮੈਂ ਮੱਛੀਆਂ ਫੜਨ ਜਾਂਦਾ ਹਾਂ। ਦੂਜੇ ਬਾਕੀ ਚੇਲਿਆਂ ਨੇ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਤਾਂ ਸਾਰੇ ਚੇਲੇ ਬੇੜੀ ਵਿੱਚ ਚੜ ਗਏ। ਉਸ ਰਾਤ ਮੱਛੀਆਂ ਫੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਮੱਛੀ ਨਾ ਫੜ ਹੋਈ। ਅਗਲੇ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ, ਪਰ ਚੇਲਿਆਂ ਨੂੰ ਪਤਾ ਨਹੀਂ ਸੀ ਕਿ ਉਹ ਯਿਸੂ ਸੀ। ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, ਮਿੱਤਰੋ, ਕੀ ਤੁਸੀਂ ਕੋਈ ਮੱਛੀ ਫੜੀ? ਚੇਲਿਆਂ ਨੇ ਆਖਿਆ, ਜੀ ਨਹੀਂ। ਯਿਸੂ ਨੇ ਉਹਨਾਂ ਨੂੰ ਕਿਹਾ, ਆਪਣਾ ਜਾਲ ਬੇੜੀ ਦੇ ਸੱਜੇ ਹੱਥੇ ਪਾਣੀ 'ਚ ਸੁੱਟੋ, ਉੱਥੇ ਤੁਹਾਨੂੰ ਕੁਝ ਮੱਛੀਆਂ ਜ਼ਰੂਰ ਮਿਲਣਗੀਆਂ। ਤਾਂ ਚੇਲਿਆਂ ਨੇ ਇਹੀ ਕੀਤਾ। ਉਹਨਾਂ ਨੇ ਉੱਥੇ ਜੋ ਮੱਛੀਆਂ ਨੂੰ ਪਾਇਆ, ਮੱਛੀਆਂ ਉੱਥੇ ਉਹਨਾਂ ਨੂੰ ਮਿਲੀਆਂ। ਜਿਵੇਂ ਜਾਲ ਬਹੁਤ ਭਾਰਾ ਹੋ ਗਿਆ ਤੇ ਉਹ ਬੇੜੀ ਵੱਲ ਨੂੰ ਉਹਨੂੰ ਖਿੱਚਣ ਦੇ ਵੀ ਅਯੋਗ ਸਨ। ਉਹ ਚੇਲਾ ਜਿਹਨੂੰ ਯਿਸੂ ਨੇ ਪਿਆਰ ਕੀਤਾ, ਉਹਨੇ ਪਤਰਸ ਨੂੰ ਕਿਹਾ, ਉਹ ਪ੍ਰਭੂ ਹੈ। ਜਦ ਪਤਰਸ ਨੇ ਉਹਨੂੰ ਇਹ ਕਹਿੰਦੇ ਸੁਣਿਆ ਕਿ ਉਹ ਪ੍ਰਭੂ ਹੈ, ਤਾਂ ਉਹਨੇ ਆਪਣਾ ਕੱਪੜਾ ਆਪਣੇ ਆਲੇ ਦੁਆਲੇ ਲਪੇਟ ਲਿਆ ਤੇ ਪਾਣੀ ਵਿੱਚ ਛਾਲ ਮਾਰ ਗਿਆ। ਇਸ ਤੋਂ ਪਹਿਲਾਂ ਮੱਛੀਆਂ ਫੜਦੇ ਹੋਏ ਉਹਨੇ ਆਪਣੇ ਕੱਪੜੇ ਲਾਏ ਹੋਏ ਸਨ। ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੇ ਕੋਈ 100 ਕੁ ਗਜ ਦੀ ਦੂਰੀ ਉੱਤੇ ਹੀ ਸਨ। ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਤੇ ਜ਼ਮੀਨ ਉੱਤੇ ਪਹੁੰਚੇ, ਉੱਥੇ ਉਹਨਾਂ ਨੇ ਅੱਗ ਦੇਖੀ। ਉਸ ਉੱਤੇ ਇੱਕ ਮੱਛੀ ਤੇ ਇੱਕ ਰੋਟੀ ਵੀ ਪਈ ਸੀ। ਯਿਸੂ ਨੇ ਆਖਿਆ, ਉਹ ਮੱਛੀ ਲਿਆਓ ਜਿਹੜੀ ਤੁਸੀਂ ਹੁਣੇ ਫੜੀ ਹੈ। ਸ਼ਮੂਨ ਪਤਰਸ ਬੇੜੀ ਵਿੱਚ ਗਿਆ ਤੇ ਜਾਲ ਨੂੰ ਕਿਨਾਰੇ ਉੱਤੇ ਖਿੱਚ ਲਿਆ। ਇਹ 153 ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ। ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ, ਪਰ ਜਾਲ ਤਾਂ ਵੀ ਨਾ ਟੁੱਟਿਆ। ਯਿਸੂ ਨੇ ਉਹਨਾਂ ਨੂੰ ਆਖਿਆ, ਆਓ ਤੇ ਆ ਕੇ ਖਾਵੋ। ਕਿਸੇ ਚੇਲੇ ਨੇ ਉਹਨੂੰ ਇਹ ਪੁੱਛਣ ਦਾ ਹੌਸਲਾ ਨਾ ਕੀਤਾ ਕਿ ਤੂੰ ਕੌਣ ਹੈ। ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ। ਯਿਸੂ ਆਇਆ, ਰੋਟੀ ਲਈ ਅਤੇ ਉਹਨਾਂ ਨੂੰ ਦਿੱਤੀ। ਇੰਜ ਹੀ ਮੱਛੀ ਵੀ ਲਈ ਤੇ ਉਹਨਾਂ ਨੂੰ ਦਿੱਤੀ। ਮੌਤ ਤੇ ਉਤਰਨ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਵਿੱਚ ਪ੍ਰਗਟ ਹੋਇਆ ਸੀ। ਉਹਨਾਂ ਦੇ ਖਾ ਹਟਣ ਤੋਂ ਬਾਅਦ ਯਿਸੂ ਨੇ ਸ਼ਮੂਨ ਪਤਰਸ ਨੂੰ ਆਖਿਆ, ਸ਼ਮੂਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ, ਤੂੰ ਮੈਨੂੰ ਇਹਨਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈ? ਪਤਰਸ ਨੇ ਕਿਹਾ, ਹਾਂ ਪ੍ਰਭੂ ਜੀ, ਤੂੰ ਜਾਣਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ। ਤਦ ਯਿਸੂ ਨੇ ਉਹਨੇ ਉਹਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ। ਫਿਰ ਉਹਨੇ ਦੂਜੀ ਵਾਰ ਉਹਨੂੰ ਫਿਰ ਕਿਹਾ, ਇਹ ਸ਼ਮੂਨ ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ? ਉਹਨੇ ਉਹਨੂੰ ਆਖਿਆ, ਹਾਂ ਪ੍ਰਭੂ ਜੀ, ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿੱਤ ਕਰਦਾ। ਉਹਨੇ ਉਹਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਖਿਆ ਕਰ। ਫਿਰ ਉਹਨੇ ਤੀਜੀ ਵਾਰੀ ਉਹਨੂੰ ਕਿਹਾ, ਹੇ ਸ਼ਮੂਨ ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਹਿੱਤ ਕਰਦਾ ਹੈ? ਪਤਰਸ ਉਦਾਸ ਹੋਇਆ, ਇਸ ਲਈ ਜੋ ਉਸਨੇ ਤੀਜੀ ਵਾਰ ਉਹਨੂੰ ਕਿਹਾ ਕਿ ਕੀ ਤੂੰ ਮੇਰੇ ਨਾਲ ਹਿੱਤ ਕਰਦਾ ਹੈ, ਤੇ ਉਹਨੂੰ ਆਖਿਆ, ਪ੍ਰਭੂ ਜੀ, ਤੂੰ ਸਭ ਜਾਣੇ, ਤੈਨੂੰ ਮਾਲੂਮ ਹੈ ਜੋ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਯਿਸੂ ਨੇ ਉਹਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ। ਸੋ ਮੈਂ ਤੈਨੂੰ ਸੱਚ ਆਖਦਾ ਕਿ ਜਦੋਂ ਤੂੰ ਜਵਾਨ ਸੀ, ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਚਲੇ ਜਾਂਦਾ ਸੀ। ਜਦੋਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ, ਕੋਈ ਹੋਰ ਤੇਰਾ ਲੱਕ ਬੰਨੇਗਾ, ਜਿੱਥੇ ਤੇਰਾ ਜੀ ਨਹੀਂ ਵੀ ਕਰਦਾ ਉੱਥੇ ਤੈਨੂੰ ਲੈ ਜਾਵੇਗਾ। ਉਹਨੇ ਇਹ ਗੱਲ ਇਸ ਲਈ ਕਹੀ ਸੀ ਕਿ ਪਤਾ ਦੇਵੇ ਕਿ ਕਿਹੜੀ ਮੌਤ ਨਾਲ ਉਹਨੇ ਪਰਮੇਸ਼ਵਰ ਦੀ ਵਡਿਆਈ ਕਰਨੀ ਹੈ। ਇਹ ਕਹਿ ਕੇ ਉਹਨੂੰ ਕਿਹਾ, ਮੇਰੇ ਮਗਰ ਹੋ। ਤੇ ਪਤਰਸ ਨੇ ਉਹਨੂੰ ਕਿਹਾ, ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹਨੂੰ ਯਿਸੂ ਪਿਆਰ ਕਰਦਾ ਸੀ, ਜਿਹਨੇ ਰਾਤ ਦੇ ਖਾਣੇ ਵੇਲੇ ਉਹਦੀ ਛਾਤੀ ਤੇ ਢਾਸਣਾ ਲਾਇਆ ਹੋਇਆ ਸੀ। ਪ੍ਰਭੂ ਨੇ ਕਿਹਾ, ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ? ਪ੍ਰਭੂ ਜੀ,
ਸੋ ਉਹਨੂੰ ਵੇਖ ਕੇ ਪਤਰਸ ਨੇ ਕਿਹਾ, ਯਿਸੂ ਨੂੰ ਕਿਹਾ, ਪ੍ਰਭੂ ਜੀ ਐਸੇ ਨਾਲ ਕੀ ਬੀਤੇਗੀ। ਯਿਸੂ ਨੂੰ ਕਿਹਾ, ਜੇ ਮੈਂ ਚਾਹਾਂ ਜੇ ਉਹ ਮੇਰੇ ਆਉਣ ਤੱਕ ਠਹਿਰੇ ਤਾਂ ਤੈਨੂੰ ਕੀ, ਤੂੰ ਮੇਰੇ ਮਗਰ ਹੋ ਤੁਰ। ਤਾਂ ਭਾਈਆਂ ਵਿੱਚ ਗੱਲ ਖਿੰਡ ਗਈ ਵੀ ਉਹ ਚੇਲਾ ਨਹੀਂ ਮਰਨਾ, ਉਹ ਚੇਲਾ ਨਾ ਮਰੂ ਜੀ। ਯਿਸੂ ਨੇ ਇਹ ਤੇ ਨਹੀਂ ਕਿਹਾ ਸੀ ਵੀ ਉਹ ਚੇਲਾ ਨਹੀਂ ਮਰੂਗਾ, ਪਰ ਉਹਨਾਂ ਨੇ ਕਿਹਾ ਸੀ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਠਹਿਰੇ ਤਾਂ ਤੈਨੂੰ ਕੀ। ਇਹ ਉਹ ਚੇਲਾ ਹੈ ਜਿਹੜਾ ਨਾ ਸਭਨਾਂ ਗੱਲਾਂ ਦੀ ਸਾਖੀ ਦਿੰਦਾ ਹੈ, ਔਰ ਜਿਹਨੇ ਇਹ ਗੱਲਾਂ ਲਿਖੀਆਂ ਤੇ ਅਸੀਂ ਜਾਣਦੇ ਹਾਂ ਜੋ ਉਹਦੀ ਸਾਖੀ ਸੱਚੀ ਹੈ। ਤੇ ਹੋਰ ਵੀ ਬਹੁਤ ਸਾਰੇ ਕੰਮ ਅਜਿਹੇ ਹਨ, ਉਹ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ, ਜੋ ਸਭੇ ਕੰਮ ਇੱਕ ਇੱਕ ਕਰਕੇ ਲਿਖੇ ਜਾਂਦੇ। ਤਾਂ ਮੈਂ ਸਮਝਦਾ ਸੀ ਵੀ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਵੀ ਨਾ ਸਮਾ ਸਕਦੀਆਂ। ਪ੍ਰੇਜ਼ ਦ ਲਾਰਡ। ਖੁਦਾਵੰਦ ਯਿਸੂ ਦਾ ਲੱਖ ਲੱਖ ਸ਼ੁਕਰ ਉਹਦੀ ਪਾਕ ਵਿੱਚ ਸੂਰਜ ਮੈਂ ਤੁਹਾਡੇ ਰੂਬਰੂ ਹੋ ਗਈ ਲੈ ਕੇ ਅੱਜ ਦੀ ਵਿਚਾਰਧਾਰਾ, ਜਿਹਦੇ ਵਿੱਚ ਅਸੀਂ ਦੇਖਣਾ ਹੈ ਕਿ ਸਾਡੀ ਜ਼ਿੰਦਗੀ ਦਾ ਜਿਹੜਾ ਹੈ ਨਾ ਉਹ ਡਿਫਰੈਂਸਿਸ ਬਿਟਵੀਨ ਗੁੱਡ ਐਟੀਟਿਊਡ ਐਂਡ ਬੈਡ ਐਟੀਟਿਊਡ। ਅਸੀਂ ਇਹ ਜਿਹੜਾ ਡਿਫਰੈਂਸ ਹੈ ਨਾ, ਡਿਫਰੈਂਸ ਪਰਸਨੈਲਿਟੀ ਨੂੰ ਅਸੀਂ ਕਵਰ ਕਰਨਾ ਹੈ, ਡਿਫਰੈਂਟ ਸਪਿਰਿਟ ਨੂੰ, ਡਿਫਰੈਂਟ ਮੈਂਟੈਲਿਟੀ ਨੂੰ, ਜਿਹਨੂੰ ਕਿ ਆਪਾਂ ਸੁਭਾਅ ਵੀ ਕਹਿੰਦੇ ਹਾਂ, ਸਾਰਾ ਕੁਝ ਅਸੀਂ ਕਵਰ ਕਰਨਾ ਹੈ। ਤੇ ਅਸੀਂ ਦੇਖਣਾ ਹੈ ਕਿ ਕਦੀ ਕਦੀ ਇਹ ਹੁੰਦਾ ਹੈ ਕਿ ਤੁਹਾਨੂੰ ਕਿਸੇ ਦਾ ਸੁਭਾਅ ਤਕਲੀਫ ਦਿੰਦਾ ਹੈ, ਪਰ ਤੁਸੀਂ ਇਹ ਸੋਚੋ ਕਿ ਉਹਨਾਂ ਲੋਕਾਂ ਨੂੰ ਵੀ ਤਾਂ ਤੁਹਾਡਾ ਸੁਭਾਅ ਤਕਲੀਫ ਦਿੰਦਾ ਹੋਵੇਗਾ ਨਾ, ਤੇ ਦਿੰਦਾ ਹੈ, ਕਿਉਂਕਿ ਦੋ ਜਿਹੜੇ ਫਰਕ ਲੋਕੀ ਆ ਉਹ ਆਪਸ ਦੇ ਵਿੱਚ ਫਰਕ ਹੀ ਰਹਿ ਜਾਂਦਾ। ਜੇਕਰ ਉਹ ਤੁਹਾਨੂੰ ਬਰਦਾਸ਼ਤ ਕਰ ਰਹੇ ਹਨ ਤਾਂ ਤੁਸੀਂ ਵੀ ਉਹਨਾਂ ਨੂੰ ਬਰਦਾਸ਼ਤ ਕਰਨਾ ਸਿੱਖੋ। ਜਿਵੇਂ ਕਿਸੇ ਬੁਰੇ ਗੁਆਂਢੀ ਨੂੰ ਤੁਸੀਂ ਬਰਦਾਸ਼ਤ ਕਰਦੇ ਆ, ਤੁਹਾਨੂੰ ਆਦਤ ਪਾਣੀ ਪੈਂਦੀ, ਕਿਉਂਕਿ ਕਲਾਮ ਕਹਿੰਦਾ ਹੈ ਕਿ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਤੁਹਾਡੇ ਨਾਲ ਅਗਰ ਉਹ ਜੀ ਰਹੇ ਹਨ ਤਾਂ ਤੁਸੀਂ ਉਹਨਾਂ ਨਾਲ ਜੀਣਾ ਸਿੱਖ ਲਓ। ਹੁਣ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਹਿਜ਼ਕੀਆ 36 ਦੀ ਜਿਹੜੀ 26ਵੀਂ ਆਇਤ ਦਾ ਕੁਝ ਕਹਿੰਦੀ ਆ। ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਨਵਾਂ ਦਿਲ ਤੇ ਦਿਆਂਗਾ ਤੇ ਪੁਰਾਣਾ ਦਿਲ ਜੋ ਪਥਰੀਲਾ ਹੈ, ਮਤਲਬ ਵੀ ਜੋ ਉਹ ਲੈ ਲਾਂਗਾ। ਤੁਸੀਂ ਇਹ ਦੇਖਣਾ ਹੈ ਕਿ ਹੁਣ ਕਿਹੜਾ ਫਰਕ ਹੈ ਸਾਡੇ ਪੁਰਾਣੇ ਦਿਲ ਦਾ। ਪੁਰਾਣਾ ਦਿਲ ਕੀ ਆ? ਉਹ ਸਾਡੀ ਪੁਰਾਣੀ ਮੈਂਟੈਲਿਟੀ ਆ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਉਹ ਤੇ ਹਾਵੀ ਹੋ ਜਾਂਦੀ ਆ। ਮੇਰੇ ਵਿੱਚ ਤੁਸੀਂ ਇਹ ਦੇਖਣਾ ਕਿ ਕੀ ਬਦਲਣ ਵਾਲਾ ਹੈ, ਕਿਹੜੀ ਕਿਹੜੀ ਚੀਜ਼ ਆ ਜਿਹੜੀ ਸਾਡੇ 'ਚ ਠੀਕ ਨਹੀਂ ਆ। ਅਸੀਂ ਆਪਣੀ ਅਗਰ ਸਪਿਰਿਟ ਨੂੰ ਐਕਸਚੇਂਜ ਕਰਨਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਸਪਿਰਿਟ ਐਕਸਚੇਂਜ ਕਰ ਸਕਦੇ ਹੋ? ਕਿ ਤੁਸੀਂ ਬੁਰਾਈ ਦੇ ਬਦਲੇ ਅੱਛਾਈ ਲੈ ਰਹੇ ਹੋ ਜਾਂ ਫਿਰ ਅੱਛਾਈ ਦੇ ਬਦਲੇ ਬੁਰਾਈ। ਔਰ ਫਿਰ ਅਸੀਂ ਇਹ ਵੀ ਪੁੱਛਣਾ ਹੈ ਕਿ ਆਪ ਤੁਹਾਡੇ ਸੁਭਾਅ ਦੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਤੁਹਾਨੂੰ ਤੇ ਅੱਛੀਆਂ ਲੱਗਦੀਆਂ ਪਰ ਦੂਸਰਿਆਂ ਨੂੰ ਅੱਛੀਆਂ ਨਹੀਂ ਲੱਗਦੀਆਂ। ਫਰਜ਼ ਕੀਤਾ ਤੁਹਾਡੇ ਬੱਚੇ ਜਾਂ ਫਿਰ ਤੁਹਾਡੇ ਘਰ ਦੇ ਦੂਸਰੇ ਮੈਂਬਰ ਲਗਾਤਾਰ ਬੁਰਾਈਆਂ ਕਰਦੇ, ਤੁਸੀਂ ਖੁਦਾ ਦੇ ਅੱਗੇ ਦੁਹਾਈਆਂ ਕਰਦੇ ਹੋ। ਤੁਸੀਂ ਖੁਦਾ ਨੂੰ ਕਹਿ ਸਕਦੇ ਹੋ ਕਿ ਪਿਤਾ ਜੀ ਇਹਨਾਂ ਨੂੰ ਮੇਰੇ ਲਈ ਬਦਲ ਦਿਓ, ਪਰ ਕਈ ਵਾਰੀ ਇਹ ਨਹੀਂ ਹੁੰਦਾ। ਤੁਸੀਂ ਕਦੀ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਆਪਣੇ ਲਈ ਵਰਤੋ। ਸ਼ਾਇਦ ਤੁਸੀਂ ਕਹਿੰਦੇ ਵੀ ਹੋਵੋ, ਤੇ ਕਦੀ ਹੋ ਸਕਦਾ ਹੈ ਕਿ ਕੋਈ ਆ ਕੇ ਤੁਹਾਡੇ ਬੱਚੇ ਨੂੰ ਕਵੇ ਕਿ ਤੁਸੀਂ ਇਹਨੂੰ ਮੈਨੂੰ ਦੇ ਦਿਓ, ਇਹਨੂੰ ਮੈਂ ਸੰਭਾਲਾਂਗਾ, ਮੈਂ ਇਹਨੂੰ ਕਿਸੇ ਕੰਮ ਕਰਤੇ ਲਾ ਦਾਂਗਾ। ਤੁਸੀਂ ਕਈ ਵਾਰੀ ਇਹ ਕਰਨ ਲਈ ਤਿਆਰ ਨਹੀਂ ਹੁੰਦੇ। ਤੁਹਾਡੀ ਠੁਕਰਾਈ ਹੋਈ ਬਖਸ਼ਿਸ਼ ਜਿਹੜੀ ਕਿ ਤੁਹਾਡੇ ਕੋਲ ਆਈ ਸੀ, ਮੈਨੂੰ ਤੁਸੀਂ ਇਹ ਦੇ ਦਿਓ, ਇਹ ਕਈ ਵਾਰੀ ਕਿਸੇ ਅਨਬਲੀਵਰ ਜੋ ਨਹੀਂ ਵੀ ਖੁਦਾ ਦਾ ਨਾਂ ਜਾਣਦਾ ਉਹਦੇ ਕੋਲ ਪਹੁੰਚਦੀ ਆ। ਉਹ ਉਸੇ ਵੇਲੇ ਕਿਸੇ ਤਕਲੀਫ ਚੋਂ ਗੁਜ਼ਰਿਆ ਹੁੰਦਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਸਾਮਰੀ ਔਰਤ ਖੁਦਾਵੰਦ ਯਿਸੂ ਮਸੀਹ ਨੂੰ ਕਹਿ ਰਹੀ ਹੁੰਦੀ ਹੈ ਕਿ ਪਰ ਜਿਹੜੇ ਕੁੱਤੇ ਕਤੂਰੇ ਆ ਉਹ ਵੀ ਤਾਂ ਮਾਸਟਰ ਦੀ ਮੇਜ਼ ਤੋਂ ਡਿੱਗਿਆ ਹੋਇਆ ਖਾਣਾ ਖਾ ਕੇ ਸੋ ਜਾਂਦੇ ਨੇ, ਮੇਰੀ ਕੁੜੀ ਨੂੰ ਠੀਕ ਕਰੋ। ਤੇ ਉਹ ਆਪਣੀ ਜਿਹੜੀ ਉਹਦੀ ਇਮਾਨ ਦੇ ਨਾਲ ਉਹ ਬਖਸ਼ਿਸ਼ ਪਾ ਲੈਂਦੀ। ਫਿਰ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਕਈ ਵਾਰੀ ਉਹ ਨਜ਼ਰ ਨਹੀਂ ਆਉਂਦੀ ਜਿਹੜੀ ਅਸੀਂ ਚਾਹੁੰਦੇ। ਅਸੀਂ ਕਹਿੰਦੇ ਆ ਇਹ ਪਾਸਟਰ ਆ ਕਰਦੇ ਆ ਪਰ ਇਹਨਾਂ 'ਚ ਆਹ ਪ੍ਰੋਬਲਮ ਆ, ਕਿਉਂਕਿ ਕਈ ਵਾਰੀ ਜਿਹਨਾਂ ਨੂੰ ਕਰਨਾ ਚਾਹੀਦਾ ਹੁੰਦਾ ਉਹ ਕੰਮ ਨਹੀਂ ਕਰਦਾ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਕਿਹੜੀ ਚੀਜ਼ ਆ ਜਿਹੜੀ ਸਾਡੇ ਵਿਚਕਾਰ ਆਉਂਦੀ, ਸਾਨੂੰ ਉਹ ਨਹੀਂ ਕਰਨ ਦਿੰਦੀ, ਹੈ ਨਾ। ਸਾਡੇ ਕੋਲ ਐਕਚੁਅਲੀ ਪ੍ਰੋਬਲਮਸ ਇਹ ਆ ਕਿ ਅਸੀਂ ਆਪਣੀ ਜਿਹੜੀ ਸਾਡੀ ਇੱਕ ਇਸ਼ੂ ਆ, ਜਿਹੜੀ ਮਤਲਬ ਸਾਨੂੰ ਨਹੀਂ ਆਪਣੀ ਬੁਰਾਈ ਜਿਹੜੀ ਦੇਖਣ ਦਿੰਦੀ ਤੇ ਦੂਸਰੇ ਦੀ ਜਿਹੜੀ ਇੱਛਾਈ ਦੇਖਣ ਦਿੰਦੀ, ਉਹ ਹੈਗੀ ਆ ਕਿ ਅਸੀਂ ਐਕਚੁਅਲੀ ਕਿਸੇ ਪਰਸਨ ਨੂੰ ਮਾਫ ਨਹੀਂ ਕਰ ਪਾਉਂਦੇ ਅੱਛੇ ਤਰੀਕੇ ਨਾਲ, ਜਾਂ ਫਿਰ ਅਸੀਂ ਇਨਸਾਫ ਨਹੀਂ ਕਰ ਪਾਉਂਦੇ ਆਪਣੇ ਆਪ ਨਾਲ। ਜਦੋਂ ਉਹਨੂੰ ਮਾਫ ਕਰ ਦਿੰਦੇ ਤੁਸੀਂ ਕਹਿੰਦੇ ਜਿਹੜਾ ਮੇਰੇ ਨਾਲ ਬੁਰਾ ਹੋਇਆ ਉਹਦਾ ਕੀ। ਇੱਥੇ ਤੁਹਾਨੂੰ ਖੁਦਾ ਨੂੰ ਅੱਗੇ ਰੱਖਣਾ ਪਏਗਾ ਕਿ ਖੁਦਾ ਕਿੰਨੀ ਵਾਰੀ ਕਿੰਨਾ ਕੁਛ ਇਦਾਂ ਦਾ ਅਸੀਂ ਜਿਹੜਾ ਕਰੀ ਜਾਂਦੇ ਤੇ ਉਹ ਸਾਨੂੰ ਮਾਫ ਕਰ ਦਿੰਦੇ। ਕਿ ਤੁਹਾਨੂੰ ਖੁਦਾਵੰਦ ਯਿਸੂ ਮਸੀਹ ਨਾਲੋਂ ਜ਼ਿਆਦਾ ਚਿੱਕੜ ਚੁੱਕਣਾ ਪਿਆ, ਕਿ ਉਹਨਾਂ ਨੂੰ ਥੋੜੀਆਂ ਗੱਲਾਂ ਸੁਣਨੀਆਂ ਪਈਆਂ, ਜਾਂ ਉਹਨਾਂ ਨੂੰ ਮਦਰ ਮੈਰੀ ਨੂੰ ਥੋੜੀਆਂ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ ਜਦੋਂ ਉਹਨਾਂ ਨੇ ਉਹਨਾਂ ਨੂੰ ਰੂਹ ਦੇ ਨਾਲ ਕਨਸੀਵ ਕੀਤਾ। ਇਹ ਕੁਛ ਚੀਜ਼ਾਂ ਜਿਹੜੀਆਂ ਤੁਸੀਂ
ਪਛਾਣਨੀਆਂ ਨੇ, ਤੁਸੀਂ ਪਛਾਣਨੀਆਂ ਨੇ, ਤੁਸੀਂ ਸੋਚਣੀਆਂ ਨੇ। ਅਗਰ ਤੁਸੀਂ ਇਹ ਸਾਰਾ ਸੋਚਦੇ ਹੋ ਤੇ ਤੁਸੀਂ ਇਹ ਦੇਖਣਾ ਹੈ ਕਿ ਇੱਕ ਸੂਚ ਹੁੰਦਾ, ਰਾਈਟ, ਜਿਹਦੇ ਵਿੱਚ ਸਾਰਾ ਕੂੜਾ ਕਰਕਟ ਗੰਦਗੀ ਚਲੀ ਜਾਂਦੀ ਆ, ਪਰ ਇੱਕ ਹੁੰਦਾ ਆ ਜਿੱਥੇ ਅਸੀਂ ਸਾਰੀਆਂ ਚੀਜ਼ਾਂ ਆਪਣੇ ਸੰਦੂਕ 'ਚ ਸੰਭਾਲ ਕੇ ਰੱਖਦੇ ਹਾਂ। ਜਿਹੜੀ ਸੰਭਾਲੀਆਂ ਚੀਜ਼ਾਂ ਉਹ ਕੋਈ ਵੀ ਸੂਚ ਨਹੀਂ ਸੁੱਟਦਾ, ਪਰ ਜਿਹੜਾ ਮਤਲਬ ਸੂਚ ਆ ਉਹ ਗੰਦਗੀ ਨੂੰ ਤੁਹਾਡੇ ਲਈ ਸਮੇਟ ਲੈਂਦਾ, ਮਤਲਬ ਪਰੇ ਕਰ ਲੈਂਦਾ। ਸੂਚ ਦੀ ਆਪਣੀ ਜਿਹੜੀ ਆ ਉਹ ਇੱਕ ਕੁਆਲਿਟੀ ਹੈ ਕਿ ਉਹ ਤੁਹਾਡਾ ਸਾਰਾ ਬੁਰਾ ਜਿਹੜੀ ਗੰਦਗੀ ਉਹਨੂੰ ਆਪਣੇ 'ਚ ਰੱਖ ਲੈਂਦਾ ਨਾ। ਹੁਣ ਅਗਰ ਤੁਸੀਂ ਆਪਣੇ ਜੇ ਤੁਸੀਂ ਸੂਚ ਨੂੰ ਸੰਦੂਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਨਹੀਂ ਹੋ ਸਕੇਗਾ। ਤੇ ਇਸ ਤਰ੍ਹਾਂ ਤੁਸੀਂ ਸੰਦੂਕ ਨੂੰ ਮਤਲਬ ਪੇਟੀ ਨੂੰ ਜਾਂ ਫਿਰ ਜਿਹੜਾ ਵੀ ਤੁਹਾਡੀ ਕਬੜ ਆ ਉਹਨੂੰ ਸੂਚ ਨਹੀਂ ਬਣਾ ਸਕਦੇ। ਤੁਹਾਨੂੰ ਅਲੱਗ-ਅਲੱਗ ਤਾਂ ਕਰਨਾ ਪਏਗਾ, ਪਰ ਤੁਹਾਨੂੰ ਉਹਦੀ ਰਿਸਪੈਕਟ ਵੀ ਕਰਨੀ ਪੈਗੀ ਕਿ ਉਹ ਸੂਚ ਆ ਤੇ ਉਹ ਸੂਚ ਹੀ ਆ। ਉਹਦੇ ਵਿੱਚ ਅਗਰ ਤੁਹਾਡੀ ਕੋਈ ਚੀਜ਼ ਗੁਆਚ ਜਾਂਦੀ ਜਿਹੜੀ ਕਿ ਬਹੁਤ ਕੀਮਤੀ ਵੀ ਆ ਤੇ ਤੁਸੀਂ ਉਹਨੂੰ ਸੂਚ ਦੇ ਵਿੱਚ ਹੱਥ ਪਾਉਣਾ ਨੂੰ ਤੁਹਾਡਾ ਦਿਲ ਨਹੀਂ ਕਰਦਾ, ਤੁਸੀਂ ਕਹਿੰਦੇ ਬਸ ਗਈ ਇਹ। ਪਰ ਕਈ ਵਾਰੀ ਤੁਸੀਂ ਕਹਿੰਦੇ ਕਿ ਕਿਸੇ ਇਸ ਤਰ੍ਹਾਂ ਦੇ ਪਰਸਨ ਨੂੰ ਲੈ ਕੇ ਆਓ, ਉਹਨੂੰ ਥੋੜੇ ਪੈਸੇ ਦਿਓ, ਉਹਨੂੰ ਕਹੋ ਕਿ ਆਹ ਸਾਰੇ ਗੰਦਗੀ ਨੂੰ ਫਰੋਲਾ ਫਰਾਲੀ ਕਰਕੇ ਤੁਹਾਡਾ ਕੋਈ ਬਹੁਤ ਮਹਿੰਗਾ ਹੀਰੇ ਦਾ ਨੈਕਲੇਸ ਡਿੱਗ ਪਿਆ ਉਹਨੂੰ ਕੱਢ ਕੇ ਦੇ ਦੇਵੇ, ਜਾਂ ਫਿਰ ਤੁਹਾਡੀ ਕੋਈ ਹੋਰ ਚੀਜ਼ ਡਿੱਗ ਪਈ ਉਹ ਕੱਢ ਕੇ ਦੇਵੇ। ਪਰ ਉਹ ਪਰਸਨ ਕਈ ਵਾਰੀ ਕੀ ਕਰਦਾ, ਉਹ ਤੁਹਾਡੀ ਚੀਜ਼ ਨੂੰ ਉਹ 'ਚੋਂ ਕੱਢਣ ਲਈ ਉਹਨੂੰ ਪੈਸੇ ਦੀ ਲੋੜ ਇੰਨੀ ਹੁੰਦੀ ਕਿ ਉਹ ਕੱਢ ਦਿੰਦਾ, ਆਪਣੇ ਹੱਥ ਵੀ ਗੰਦਗੀ 'ਚ ਪਾ ਲੈਂਦਾ, ਕਈ ਵਾਰੀ ਪਰਵਾਹ ਨਹੀਂ ਕਰਦਾ ਕਿ ਬਿਮਾਰ ਨਾ ਹੋ ਜਾਵੇ। ਇਸ ਕਰਕੇ ਹੁਣ ਤੁਸੀਂ ਦੱਸੋ ਕਿ ਕੀ ਉਹ ਪਰਸਨ ਜਿਹੜਾ ਉਹ ਜ਼ਿਆਦਾ ਨਮਰ ਆ ਜਾਂ ਤੁਸੀਂ ਨਮਰ ਆ ਜਿਹਨੇ ਉਸ ਸੂਚ ਦੇ ਵਿੱਚ ਆਪਣੀ ਕੀਮਤੀ ਚੀਜ਼ ਸੁੱਟ ਦਿੱਤੀ ਹੈ ਨਾ। ਐਸੇ ਤਰ੍ਹਾਂ ਅਸੀਂ ਕਈ ਵਾਰੀ ਗੰਦਗੀ ਦੇ ਵਿੱਚ ਆਪਣੀਆਂ ਕੀਮਤੀ ਵਕਤ ਨੂੰ ਸੁੱਟ ਦਿੰਦੇ ਹਾਂ। ਫਰਜ਼ ਕੀਤਾ ਸਾਡੇ ਕੋਲ ਕੋਈ ਭੈਣਾਂ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਹੀ ਬੁਰਾ ਕੀਤਾ, ਤੁਹਾਡੇ ਨਾਲ ਇੰਨਾ ਬੁਰਾ ਕਿ ਤੁਹਾਡਾ ਹਸਬੈਂਡ ਲੈ ਲਿਆ, ਇੰਨਾ ਬੁਰਾ ਕਿ ਤੁਹਾਡਾ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਜ਼ਿੰਦਗੀ ਦੀ ਲੈ ਲਈ, ਪਰ ਤੁਸੀਂ ਉਹਨਾਂ ਨੂੰ ਜੇ ਅਗਰ ਨਹੀਂ ਮਾਫ ਕਰ ਰਹੇ ਤੇ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਜਾਂ ਤੁਹਾਡਾ ਹਸਬੈਂਡ ਇੰਨਾ ਬੁਰਾ ਕਿ ਉਹਨੇ ਤੁਹਾਡੀ ਮਤਲਬ ਜਿਹੜੀ ਇੱਕ ਤੁਹਾਡੀ ਸੇਜ ਆ, ਜਿਹੜੀ ਕਿ ਪਿਓਰਿਟੀ ਪਵਿੱਤਰਤਾ ਦੀ ਸੇਜ ਆ, ਉਹਦੇ ਉੱਤੇ ਲਿਆ ਕੇ ਕਿਸੇ ਪਰਸਨ ਨੂੰ ਚੜਾ ਦਿੱਤਾ। ਤੁਸੀਂ ਅਗਰ ਉਹਨੂੰ ਨਹੀਂ ਮਾਫ ਕਰੋਗੇ ਤੇ ਫਿਰ ਉਹੀ ਚੀਜ਼ ਆ ਜਿਹੜਾ ਇੱਕ ਸੂਚ ਆ ਨਾ, ਉਹ ਗੰਦਗੀ ਨੂੰ ਸਮੇਟਦਾ ਆ। ਤੁਹਾਨੂੰ ਇਹ ਰਿਸਪੈਕਟ ਕਰਨੀ ਪਏਗੀ, ਤੁਹਾਨੂੰ ਉਸ ਸੂਚ ਦੀ ਵੀ ਰਿਸਪੈਕਟ ਕਰਨੀ ਪਏਗੀ। ਅਗਰ ਸੂਚ ਨਹੀਂ ਹੋਵੇਗਾ ਤਾਂ ਗੰਦਗੀ ਕਿੱਥੇ ਜਾਏਗੀ? ਇਹ ਸੋਚਣ ਵਾਲੀ ਤੇ ਸਮਝਣ ਵਾਲੀ ਗੱਲ ਹੈ। ਸੋ ਸਾਨੂੰ ਡਿਫਰੈਂਸਿਸ ਜਿਹੜੇ ਨਾ ਉਹਨਾਂ ਦੀ ਰਿਸਪੈਕਟ ਕਰਨੀ ਪੈਗੀ, ਉਹਨਾਂ ਲਈ ਦੁਆ ਕਰਨੀ ਪੈਗੀ। ਹੁਣ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆ, ਉਹਨਾਂ ਦੇ ਕੋਲੇ ਵੀ ਰੂਹ ਆ, ਤੁਸੀਂ ਇਹ ਦੇਖੋ ਕਿ ਕਾਫੀ ਮਤਲਬ ਅਗਰ ਮੁਸ਼ਕਿਲਾਂ ਦੇ ਨਾਲ ਤੁਸੀਂ ਘਿਰੇ ਹੋਏ ਹੋ, ਤੁਹਾਡੇ ਘਰ 'ਚ ਬਹੁਤ ਹੀ ਖਲਾਰਾ ਖਿਲ ਰਿਹਾ ਹੋਇਆ, ਤਾਂ ਉੱਥੇ ਕੁਛ ਇੱਦਾਂ ਦੀ ਚੀਜ਼ ਆ ਜਿਹੜੀ ਤੁਹਾਡੀ ਬਹੁਤ ਹੀ ਕੀਮਤੀ ਚੀਜ਼ ਗੁਆਚ ਗਈ ਆ, ਉਹ ਜਾਨ ਦੇ ਨਾਲ ਸੰਬੰਧਿਤ। ਅਗਰ ਉਹ ਨਹੀਂ ਲੱਭਦੀ ਤਾਂ ਉਹਦੇ ਨਾਲ ਜਾਨ ਤੁਸੀਂ ਦੁਆਵਾਂ ਤੇ ਦੁਆਵਾਂ ਕਰੋਗੇ, ਪਰ ਤੁਸੀਂ ਭਾਲਣਾ ਸ਼ੁਰੂ ਕਰ ਲਓਗੇ। ਐਂਡ ਹੋ ਸਕਦਾ ਤੁਸੀਂ ਕੰਢਿਆਂ ਦੇ ਵਿੱਚੋਂ ਵੀ ਲੰਘ ਕੇ ਉਹ ਆਪਣੀ ਚੀਜ਼ ਲੱਭ ਲਓ, ਹੈ ਨਾ। ਤਾਂ ਐਸੇ ਤਰ੍ਹਾਂ ਜਿਹੜੀ ਹਰ ਇੱਕ ਇਨਸਾਨ ਜਿਹੜਾ ਬੁਰੇ ਤੋਂ ਬੁਰਾ ਇਨਸਾਨ ਵੀ ਆ, ਉਹਦੇ ਅੰਦਰ ਰੂਹ ਆ, ਤੇ ਰੂਹ ਖੁਦਾ ਦਾ ਦਿੱਤਾ ਹੋਇਆ, ਜਿਹੜੀ ਆਤਮਾ ਉਹ ਖੁਦਾ ਦਾ ਦਿੱਤਾ ਹੋਇਆ ਵਰਦਾਨ ਆ। ਸੋ ਬੁਰੇ ਤੋਂ ਬੁਰੇ ਚੀਜ਼ ਪਰਸਨ ਨੂੰ ਵੀ ਇੱਕ ਆਤਮਿਕ ਵਰਦਾਨ ਦੇ ਨਾਲ ਦੇਖੋ। ਜਦੋਂ ਅਸੀਂ ਉਹਨੂੰ ਉਸ ਵਰਦਾਨ ਨਾਲ ਦੇਖਦੇ ਆ ਨਾ ਕਿ ਇਹਦੇ ਅੰਦਰ ਜਿੰਨੀਆਂ ਵੀ ਮਰਜ਼ੀ ਜਿਹੜੀਆਂ ਬੁਰਾਈਆਂ ਆ, ਉਹਨਾਂ ਦੇ ਬਾਵਜੂਦ ਇਹਦੇ ਅੰਦਰ ਇੱਕ ਰੂਹ ਆ, ਤੇ ਮੈਂ ਹੁਣ ਉਸ ਰੂਹ ਦੇ ਨਾਲ ਕਨੈਕਟ ਕਰਨਾ, ਉਹਦੇ ਬਾਰੇ ਕਨੈਕਟ ਕਰਨਾ ਤੇ ਖੁਦਾ ਨੂੰ ਦੇ ਬਾਰੇ ਕਹਿਣਾ, ਫਿਰ ਤੁਸੀਂ ਸਾਰੀਆਂ ਪ੍ਰੋਬਲਮ ਤੋਂ ਉੱਪਰ ਉੱਠ ਸਕਦੇ ਹੋ। ਫਿਰ ਤੁਸੀਂ ਜਿਹੜੀਆਂ ਡਿਫਰੈਂਸਿਸ ਜਿਹੜੇ ਨਾ ਚੇਂਜਿੰਗ ਦੀ ਮਤਲਬ ਚੇਂਜ ਦਾ ਸਪਿਰਿਟ ਜਿਹੜਾ ਹੈ ਨਾ, ਮਤਲਬ ਆਪਣੇ ਜਿਹੜੇ ਸੁਭਾਅ ਨੂੰ ਬਦਲਣ ਵਾਲਾ ਤੌਰ ਤਰੀਕਾ ਤੁਸੀਂ ਉਹਨੂੰ ਸਿੱਖ ਸਕਦੇ ਹੋ। ਮੈਂ ਆਸ ਕਰਦੀ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਵਿਚਾਰ ਆ ਕਿ ਚੇਂਜਿੰਗ ਯੂਰ ਹੈਬਿਟਸ ਜਾਂ ਚੇਂਜਿੰਗ ਯੂਰ ਸਪਿਰਿਟ ਜਾਂ ਚੇਂਜਿੰਗ ਯੂਰ ਇਜ਼ਮਸ, ਅਸੀਂ ਨਾ ਉਹਦੇ ਉੱਤੇ ਜਿਹੜਾ ਅੱਛੀ ਤਰੀਕੇ ਦੇ ਨਾਲ ਇਹਨੂੰ ਦੇਖਿਆ ਹੋਏਗਾ। ਸੋ ਆਮ ਜਸਟ ਕੁਇਕਲੀ ਗੋਇੰ ਟੂ ਸਮ ਅਪ ਦਿਸ ਇਨ ਇੰਗਲਿਸ਼। ਵੀ ਆਰ ਟ੍ਰਾਈਂਗ ਟੂ talk today about changing your habits. We discover Isaiah 36 verse 26 where the word of God says, I'm going to give you a new heart and I'm going to replace with the stone heart I'm going to give you the heart of flesh and I'm going to take the heart of stone. So then we discover that what is the habit which is your habit which is troubling you and putting you in trouble. Perhaps there are other people who done so much wrong and you're not letting go. Perhaps you're not understanding that in a sewage, if there's something very very valuable which is gone into sewage, you can't take it out, but you hire someone else who does it. And then because the person who does that is more humble and more hardworking and more to the point of you, because he could be used, because he don't mind to be used in there. That's exactly how God wants us to use
God want to use us wherever He can. This is exactly same way, like He want to take us to the places which is like sewage, and He want us to work there as God's soldiers, so that we could actually, work on it. And when we can't work, then He replaces us and He puts someone else there who will be able to do that work which was asked us to do. I hope you really understand that changing your habit you can't do without knowing one thing, that no matter how bad people are, if someone is a killer, if someone's a pedophile, or if someone is a thief, but they all have got a soul. And once you are just connecting yourself with the soul, not with the body, then you're going to need help from God, and you can pray for them, for their soul. And once you just focus on soul, then you can drop everything else, whatever is troubling you, whatever. Then you will not be hate in the relationship of hate. You will be in relationship of saving the soul. I really hope that you understood today's word. Hallelujah, hallelujah, Lord. I'm bringing all those people, brothers, sisters who are listening to this. I really hope they all benefit from this word of God today, the way I benefit from it. In the name of Lord Jesus Christ. Amen. मछली पकड़ने गए पतरस भाई रे भैया, मछली पकड़ने एक भी मछली हाथ न आई, एक भी मछली हाथ न आई रे भैया, मछली पकड़ने गए पतरस भाई रे भैया, मछली पकड़ने। दरिया उछाली बड़ी सी जाली, एक भी मछली पकड़ न पाली। अब सारी रात गुजरने को आई रे भैया, मछली पकड़ने गए पतरस भाई रे भैया, मछली पकड़ने। देख रहे प्रभु यीशु जी अब तो उठ कर बोले, चलो वीर सबको कोशिश एक फिर करोगे कमाई रे भैया, मछली पकड़ने गए पतरस भाई रे भैया, मछली पकड़ने। पतरस बोला किस और को जाए, हाथ दाया तो पूरा परख लिया रे। अब तुम गायब होगा कुछ लोगों का, कुछ जूहों का, बांटेगा मुकद्दस कलाम सदाई रे भैया, मछली पकड़ने गए पतरस भाई रे भैया, मछली पकड़ने एक भी मछली हाथ न आई, एक भी मछली हाथ न आई रे भैया, मछली पकड़ने गए पतरस भाई रे भैया, मछली पकड़ने। हे परमपिता परमेश्वर, तेरा धन्यवाद करते हैं आज के तेरे पवित्र वचनों के लिए, जो परमपिता परमेश्वर गोस्पेल यूहन्ना से तू हमने दिए, आपने दिए हैं हमें, ताकि हम परमपिता परमेश्वर तेरे कदमों में उन वचनों के द्वारा ज्ञान को पा सके। तेरी रूहें, क्योंकि तू ऐसा शेफर्ड है, ऐसा परमपिता परमेश्वर अपने परमपिता परमेश्वर भेड़ों को चुराने वाले हो, जो नहीं चाहते कि आपकी एक भी भीड़
गुम हो जाए। एक भी भेड़ को आप अपना वापस लाना चाहते हो। इस कलाम के द्वारा परमपिता परमेश्वर आपने अपने प्यार को जाहिर किया है, अपने रहम को जाहिर किया। और मैं तेरे आगे दुआ करती हूँ, ये वचन जो भी सुने उनकी ज़िंदगियों में परमपिता परमेश्वर 100 गुना फल लेकर आए, और वो वचन दूर दूर तक जाए, ताकि वो सारी रूहें तेरे कदमों में बच जाएं। परमपिता परमेश्वर, आज हालात ऐसे हैं कि आज तेरे आने के निशान हमें मिल रहे हैं। वो साइन जो तूने अपने बच्चों को दिए हैं वो सारे पूरे हो रहे हैं, तेरी भविष्यवाणियाँ पूरियाँ हो रही हैं। इसके परमपिता परमेश्वर, जो तेरा वायदा है कि हर घुटना तेरे आगे झुक जाएगा और हर ज़बान तेरे नाम का इकरार करेगी, परमपिता परमेश्वर वो पूरे हो रहे हैं। आज जो ईरान और इज़राइल में युद्ध लगा है, परमपिता परमेश्वर हमें उस तरफ लेकर जा रहा है कि तेरी भविष्यवाणियों के पूरे होने का समय आ गया। हम तेरा धन्यवाद करते हैं इन वचनों के लिए, और ब्लेस करते हैं तेरे एक एक बेटे बेटी के लिए कि वो इन वचनों को सुने और ये वचन उनकी ज़िंदगी में काम करें, और वो इस काम के द्वारा अपने पिता के वायदे को पूरा करते हुए दूसरी रूहों को भी उनके पास लाने की कोशिश करें। हम तेरा धन्यवाद करते हैं, इस दुआ को मांगते हैं तेरे सुंदर नाम में, यीशु नाम। पिता तू जेड़ा स्वर्ग विच है, तेरा नाम पाक मन्निया जावे, तेरा राज आवे, तेरी मर्जी जिहड़ी आसमान ते पूरी हुंदी ओ ज़मीना उत्ते भी होवे। साडी रोज़ दी रोटी सानू अज फिर दे, ते माफ कर सारे कर्जे जिवें असीं भी अपने गुनहगारां नूं माफ कीता। परतावे विच ना लिया, सगों हर बुराई तो बचा। पातशाहत कुदरत जलाल सब कुछ तेरा। ਯਿਸੂ ਦਾ ਪਾਕ ਮਜ਼ਬਾ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਬਾਈਬਲ ਸਟੱਡੀ, ਅੱਜ ਦਾ ਵਿਚਾਰ ਤੇ ਲਾਈਫ ਚੇਂਜਿੰਗ ਸਟੱਡੀ ਐਂਡ ਮੈਸੇजेस। ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ, ਤਾਂ ਕਿ ਤੁਸੀਂ ਦੂਸਰਿਆਂ ਤੱਕ ਘਰੇ ਬੈਠੇ ਬਿਠਾਏ ਖੁਸ਼ਖਬਰੀ ਪਹੁੰਚਾ ਸਕੋ ਤੇ ਖੁਦਾਵੰਦ ਯਿਸੂ ਮਸੀਹ ਦਾ ਹੁਕਮ ਪਹੁੰਚਾ ਸਕੋ। ਜੈ ਮਸੀਹ ਦੀ, ਹਰ ਸ਼ੈ ਮਸੀਹ ਦੀ, ਤੁਸੀਂ ਤੇ ਮੈਂ ਮਸੀਹ ਦੀ।